तेरा नाम जी दुख भंजन तेरा। गुरु प्यारी साध संगत जी, राधास स्वामी जी। साध संगत जी, ਇਹ ਸੱਚੀ ਘਟਨਾ ਇੱਕ ਸਤਸੰਗੀ ਵੀਰ ਦੀ ਹੈ। ਸਾਧ ਸੰਗਤ ਜੀ, ਇੱਕ ਸਤਸੰਗੀ ਵੀਰ ਸੀ। ਉਸਨੇ ਬਾਬਾ ਜੀ ਤੋਂ ਨਾਮਦਾਨ ਲਿਆ ਹੋਇਆ ਸੀ। ਉਹ ਸਤਸੰਗੀ ਵੀਰ ਬਹੁਤ ਭਜਨ ਸਿਮਰਨ ਕਰਦਾ ਸੀ। ਉਹ ਸਤਸੰਗੀ ਵੀਰ ਆਪਣੇ ਭਜਨ ਸਿਮਰਨ ਦਾ ਪਾਬੰਦ ਸੀ ਤੇ ਨਿਤਨੇਮ ਵਿੱਚ ਪੂਰੇ 2.5 ਘੰਟੇ ਭਜਨ ਸਿਮਰਨ ਕਰਦਾ ਸੀ। ਉਸ ਸਤਸੰਗੀ ਵੀਰ ਵਿੱਚ ਸਿਰਫ ਇੱਕ ਹੀ ਬੁਰਾਈ ਸੀ ਕਿ ਉਸਨੂੰ ਮਾਇਆ ਦਾ ਮੋਹ ਸੀ। ਭਜਨ ਸਿਮਰਨ ਕਰਨ ਤੋਂ ਬਾਅਦ ਉਸ ਦਾ ਸਾਰਾ ਦਿਨ ਸਿਰਫ ਮਾਇਆ ਇਕੱਠੀ ਕਰਨ ਵਿੱਚ ਹੀ ਲੰਘਦਾ ਸੀ। ਉਹ ਸੋਚਦਾ ਸੀ ਕਿ ਮੈਂ ਇੰਨੀ ਮਾਇਆ ਇਕੱਠੀ ਕਰ ਲਵਾਂ ਕਿ ਮੇਰੇ ਤੋਂ ਬਾਅਦ ਮੇਰੇ ਪੁੱਤ ਤੇ ਮੇਰੇ ਪੋਤੇ ਆਰਾਮ ਨਾਲ ਜ਼ਿੰਦਗੀ ਗੁਜ਼ਾਰ ਸਕਣ। ਤੇ ਐਵੇਂ ਹੀ ਹੋਇਆ। ਉਸਨੇ ਆਪਣੇ ਜੀਵਨ ਵਿੱਚ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ ਸੀ। ਹੁਣ ਉਹ ਬਜ਼ੁਰਗ ਹੋ ਗਿਆ ਸੀ ਤੇ ਉਹ ਬਿਮਾਰ ਰਹਿਣ ਲੱਗ ਪਿਆ ਤੇ ਇੱਕ ਦਿਨ ਉਸ ਦੀ ਮੌਤ ਹੋ ਗਈ। ਜਿੰਨਾ ਵੀ ਪੈਸਾ ਉਸਨੇ ਇਕੱਠਾ ਕੀਤਾ ਸੀ ਉਹ ਸਾਰਾ ਆਪਣੇ ਪੁੱਤ ਪੋਤਿਆਂ ਵਾਸਤੇ ਇੱਥੇ ਹੀ ਛੱਡ ਕੇ ਚਲਾ ਗਿਆ। ਉਸ ਦੇ ਕਰਮਾਂ ਨੂੰ ਦੇਖਦੇ ਹੋਏ ਉਸ ਨੂੰ ਸੱਪ ਦੀ ਜੁੰਨੀ ਵਿੱਚ ਪਾਇਆ ਗਿਆ। ਉਸ ਦਾ ਅਗਲਾ ਜਨਮ ਸੱਪ ਦੇ ਰੂਪ ਵਿੱਚ ਹੋਇਆ। ਉਸਨੇ ਜੋ ਮਾਇਆ ਦਾ ਲੋਭ ਰੱਖਿਆ ਸੀ ਉਸ ਕਾਰਨ ਉਸ ਦਾ ਜਨਮ ਸੱਪ ਦੀ ਜੁੰਨੀ ਵਿੱਚ ਹੋਇਆ। ਪਰ ਉਸਨੇ ਜੋ ਭਜਨ ਸਿਮਰਨ ਕਰਕੇ ਚੰਗੇ ਕਰਮ ਕੀਤੇ ਸੀ ਉਸ ਦਾ ਫਲ ਵੀ ਉਸਨੂੰ ਜ਼ਰੂਰ ਮਿਲਣਾ ਸੀ। ਤਾਂ ਉਸ ਦਾ ਫਲ ਉਸਨੂੰ ਮਿਲਿਆ ਕਿ ਉਸਨੂੰ ਆਪਣੇ ਪਿਛਲੇ ਜਨਮ ਦੀ ਸੋਧੀ ਸੀ। ਉਸਨੂੰ ਸਾਰਾ ਕੁਝ ਯਾਦ ਸੀ ਕਿ ਉਹ ਸਤਸੰਗੀ ਸੀ ਤੇ ਪੂਰੇ 2.5 ਘੰਟੇ ਭਜਨ ਸਿਮਰਨ ਕਰਦਾ ਸੀ। ਹੁਣ ਉਸਨੂੰ ਆਪਣੇ ਪਿਛਲੇ ਕੀਤੇ ਹੋਏ ਕਰਮਾਂ ਤੇ ਪਛਤਾਵਾ ਹੋ ਰਿਹਾ ਸੀ। ਉਸਨੂੰ ਬਾਬਾ ਜੀ ਦੀ ਕਹੀਆਂ ਹੋਈਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ ਸੀ ਤੇ ਉਹ ਆਪਣੇ ਕੀਤੇ ਕਰਮਾਂ ਤੇ ਪਛਤਾ ਰਿਹਾ ਸੀ ਕਿ ਬਾਬਾ ਜੀ ਸਮਝਾਉਂਦੇ ਸੀ ਕਿ ਮਾਇਆ ਦਾ ਮੋਹ ਕਰਨਾ ਬਹੁਤ ਬੁਰਾ ਹੈ। ਜੇਕਰ ਮੈਂ ਮਾਇਆ ਦਾ ਮੋਹ ਉਸ ਸਮੇਂ ਨਾ ਕਰਦਾ ਤੇ ਸਿਰਫ ਆਪਣੇ ਭਜਨ ਸਿਮਰਨ ਤੇ ਧਿਆਨ ਦਿੰਦਾ ਤੇ ਸਿਰਫ ਲੋੜ ਮੁਤਾਬਿਕ ਹੀ ਮਾਇਆ ਇਕੱਠੀ ਕਰਦਾ ਤਾਂ ਅੱਜ ਸ਼ਾਇਦ ਮੈਂ ਇਸ ਜੁੰਨੀ ਵਿੱਚ ਨਾ ਹੁੰਦਾ। ਇਸ ਜੁੰਨੀ ਵਿੱਚ ਪੈ ਕੇ ਮੈਨੂੰ ਕਿੰਨਾ ਕਸ਼ਟ ਸਹਿਣ ਕਰਨਾ ਪੈ ਰਿਹਾ ਹੈ ਤੇ ਜਿਸ ਪੁੱਤ ਪੋਤਿਆਂ ਲਈ ਮੈਂ ਪੈਸਾ ਇਕੱਠਾ ਕੀਤਾ ਸੀ ਅੱਜ ਉਹਨਾਂ ਨੂੰ ਮੇਰੇ ਦੁੱਖ ਦਾ ਕੋਈ ਅਹਿਸਾਸ ਨਹੀਂ। ਉਹ ਜਾਣਦਾ ਸੀ ਕਿ ਸਿਰਫ ਬਾਬਾ ਜੀ ਹੀ ਹਨ ਜੋ ਉਸ 'ਤੇ ਕਿਰਪਾ ਕਰ ਸਕਦੇ ਹਨ। ਇਸ ਲਈ ਉਹ ਹੌਲੀ ਹੌਲੀ ਕਰਦਾ ਕਰਦਾ ਇੱਕ ਦਿਨ ਡੇਰੇ ਪਹੁੰਚ ਗਿਆ। ਉਹ ਡੇਰੇ ਵਿੱਚ ਬਾਬਾ ਜੀ ਦੀ ਕੋਠੀ ਦੇ ਬਾਹਰ ਪਹੁੰਚ ਗਿਆ ਤੇ ਇੱਕ ਸੇਵਾਦਾਰ ਨੇ ਉੱਥੇ ਉਸ ਨੂੰ ਦੇਖ ਲਿਆ ਤੇ ਉਸ ਸੇਵਾਦਾਰ ਨੇ ਹੋਰ ਸੇਵਾਦਾਰਾਂ ਨੂੰ ਵੀ ਉੱਥੇ ਬੁਲਾ ਲਿਆ। ਸੇਵਾਦਾਰਾਂ ਦਾ ਰੌਲਾ ਸੁਣ ਕੇ ਉਹ ਸੱਪ ਡਰਦਾ ਹੋਇਆ ਝਾੜੀਆਂ ਵਿੱਚ ਵੜ ਗਿਆ। ਤਾਂ ਜਦੋਂ ਬਾਬਾ ਜੀ ਕੋਠੀ ਤੋਂ ਬਾਹਰ ਆਏ ਤਾਂ ਬਾਬਾ ਜੀ ਨੇ ਦੇਖਿਆ ਕਿ ਬਹੁਤ ਸਾਰੇ ਸੇਵਾਦਾਰ ਉੱਥੇ ਇਕੱਠੇ ਹੋਏ ਹਨ। ਤਾਂ ਬਾਬਾ ਜੀ ਉਹਨਾਂ ਸੇਵਾਦਾਰਾਂ ਨੂੰ ਪੁੱਛਣ ਲੱਗੇ ਕਿ ਭਾਈ ਕੀ ਗੱਲ ਹੋ ਗਈ, ਤੁਸੀਂ ਸਾਰੇ ਇੱਥੇ ਇਕੱਠੇ ਕਿਉਂ ਹੋਏ ਹੋ? ਤਾਂ ਸੇਵਾਦਾਰ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਇੱਥੇ ਇੱਕ ਬਹੁਤ ਲੰਬਾ ਸੱਪ ਦੇਖਿਆ ਹੈ ਜੋ ਇਹਨਾਂ ਝਾੜੀਆਂ ਵਿੱਚ ਵੜ ਗਿਆ ਹੈ। ਹੁਣ ਸਾਨੂੰ ਡਰ ਹੈ ਕਿ ਉਹ ਸੱਪ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਤਾਂ ਜਦੋਂ ਬਾਬਾ ਜੀ ਨੇ ਇਹ ਗੱਲ ਸੁਣੀ ਤਾਂ ਬਾਬਾ ਜੀ ਸਭ ਸਮਝ ਗਏ ਕਿਉਂਕਿ ਬਾਬਾ ਜੀ ਤਾਂ ਜਾਨੀ ਜਾਨ ਹਨ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਉਹ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਤੁਸੀਂ ਇੱਥੋਂ ਸਾਈਡ ਤੇ ਹੋ ਜਾਵੋ ਤੇ ਦੂਰ ਹੋ ਕੇ ਬੈਠ ਜਾਓ। ਤੁਸੀਂ ਉਸ ਤੋਂ ਡਰ ਰਹੇ ਹੋ ਤੇ ਉਹ ਸੱਪ ਤੁਹਾਡੇ ਤੋਂ ਡਰ ਕੇ ਝਾੜੀਆਂ ਵਿੱਚ ਵੜ ਗਿਆ ਹੈ। ਉਹ ਤਾਂ ਆਪਣੇ ਕਰਮਾਂ ਦਾ ਮਾਰਿਆ ਹੈ, ਇਸ ਲਈ ਇੱਥੇ ਭਟਕਦਾ ਫਿਰਦਾ ਹੈ। ਤਾਂ ਸੇਵਾਦਾਰ ਬਾਬਾ ਜੀ ਦੀ ਗੱਲ ਨਾ ਸਮਝ ਸਕੇ ਤੇ ਕਹਿਣ ਲੱਗੇ ਕਿ ਬਾਬਾ ਜੀ ਸੱਪ ਬਹੁਤ ਲੰਬਾ ਹੈ ਤੇ ਸੰਗਤ ਡੇਰੇ ਵਿੱਚ ਫਿਰਦੀ ਹੈ ਤੇ ਪਤਾ ਨਹੀਂ ਸੱਪ ਕਿੱਧਰ ਨੂੰ ਨਿਕਲ ਜਾਵੇ ਤੇ ਕਿਤੇ ਸੰਗਤ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਤਾਂ ਬਾਬਾ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਭਾਈ ਉਹ ਜ਼ਿਆਦਾ ਸਮਾਂ ਝਾੜੀਆਂ ਵਿੱਚ ਨਹੀਂ ਰਹਿ ਸਕਦਾ, ਉਸਨੇ ਬਾਹਰ ਆਉਣਾ ਹੈ, ਪਰ ਉਹ ਤੁਹਾਡੇ ਤੋਂ ਡਰਦਾ ਹੋਇਆ ਝਾੜੀਆਂ ਵਿੱਚ ਲੁਕਿਆ ਬੈਠਾ ਹੈ। ਤੁਸੀਂ ਇਸ ਜਗ੍ਹਾ ਤੋਂ ਪਾਸੇ ਹੋ ਜਾਓ ਤੇ ਦੂਰ ਜਾ ਕੇ ਬੈਠ ਜਾਓ।
ਉਹ ਸੱਪ ਆਪਣੇ ਆਪ ਹੀ ਬਾਹਰ ਆ ਜਾਵੇਗਾ। ਤਾਂ ਸੇਵਾਦਾਰ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਵੀ ਇੱਥੋਂ ਸਾਈਡ ਤੇ ਹੋ ਜਾਓ, ਕਿਤੇ ਉਹ ਸੱਪ ਬਾਹਰ ਨਿਕਲ ਕੇ ਤੁਹਾਨੂੰ ਨੁਕਸਾਨ ਨਾ ਪਹੁੰਚਾ ਦੇਵੇ, ਕਿਉਂਕਿ ਇਹਨਾਂ ਦਾ ਕੁਝ ਪਤਾ ਨਹੀਂ ਹੁੰਦਾ ਕਿ ਇਹ ਕਿਸ ਪਾਸੇ ਵੱਲ ਮੂੰਹ ਕਰਕੇ ਚੱਲ ਪੈਣ। ਤਾਂ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਚਿੰਤਾ ਨਾ ਕਰੋ, ਉਹ ਕਿਸੇ ਨੂੰ ਕੁਝ ਨਹੀਂ ਕਰੇਗਾ। ਤਾਂ ਸੇਵਾਦਾਰ ਬਾਬਾ ਜੀ ਦਾ ਹੁਕਮ ਮੰਨ ਕੇ ਉਸ ਜਗ੍ਹਾ ਤੋਂ ਪਾਸੇ ਹੋ ਕੇ ਬੈਠ ਗਏ। ਤਾਂ ਉਹ ਸੱਪ ਝਾੜੀਆਂ ਵਿੱਚੋਂ ਨਿਕਲਿਆ ਤੇ ਬਾਬਾ ਜੀ ਦੇ ਪੈਰਾਂ ਕੋਲ ਆ ਕੇ ਬੈਠ ਗਿਆ। ਇਹ ਦੇਖ ਕੇ ਸਾਰੇ ਸੇਵਾਦਾਰ ਬਹੁਤ ਹੈਰਾਨ ਹੋਏ। ਕੁਝ ਸੇਵਾਦਾਰ ਤਾਂ ਬਹੁਤ ਡਰ ਵੀ ਗਏ ਸੀ ਕਿ ਸੱਪ ਬਾਬਾ ਜੀ ਵੱਲ ਜਾ ਰਿਹਾ ਹੈ, ਕਿਤੇ ਉਹ ਬਾਬਾ ਜੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਪਰ ਬਾਬਾ ਜੀ ਨੇ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ ਕਿ ਉੱਥੇ ਹੀ ਬੈਠ ਜਾਓ। ਤਾਂ ਉਹ ਸੱਪ ਬਾਬਾ ਜੀ ਦੇ ਪੈਰਾਂ ਵਿੱਚ ਜਾ ਕੇ ਬੈਠ ਗਿਆ। ਤਾਂ ਬਾਬਾ ਜੀ ਕਹਿਣ ਲੱਗੇ ਕਿ ਤੂੰ ਤਾਂ ਇੱਥੇ ਤੱਕ ਆਉਣ ਵਿੱਚ ਬਹੁਤ ਸਮਾਂ ਲਗਾ ਦਿੱਤਾ। ਤਾਂ ਬਾਬਾ ਜੀ ਦੀ ਇਹ ਗੱਲ ਸੁਣ ਕੇ ਸਾਰੇ ਸੇਵਾਦਾਰ ਹੈਰਾਨੀ ਨਾਲ ਬਾਬਾ ਜੀ ਵੱਲ ਦੇਖਣ ਲੱਗੇ ਤੇ ਉਹ ਸੋਚਣ ਲੱਗੇ ਕਿ ਬਾਬਾ ਜੀ ਤਾਂ ਸੱਪ ਨਾਲ ਐਵੇਂ ਗੱਲਾਂ ਕਰ ਰਹੇ ਹਨ ਜਿਵੇਂ ਉਹ ਸੱਪ ਨੂੰ ਜਾਣਦੇ ਹੋਣ। ਤਾਂ ਸੱਪ ਵੀ ਬਾਬਾ ਜੀ ਦੀ ਇਹ ਗੱਲ ਸੁਣ ਕੇ ਸ਼ਾਂਤੀ ਨਾਲ ਉੱਥੇ ਲੇਟ ਗਿਆ। ਤਾਂ ਸੇਵਾਦਾਰ ਬਾਬਾ ਜੀ ਨੂੰ ਪੁੱਛਣ ਲੱਗੇ ਕਿ ਬਾਬਾ ਜੀ ਤੁਸੀਂ ਇਸ ਨੂੰ ਐਵੇਂ ਕਿਉਂ ਕਿਹਾ ਹੈ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਹ ਵੀ ਇੱਕ ਸਤਸੰਗੀ ਸੀ, ਇਹ ਭਜਨ ਸਿਮਰਨ ਵੀ ਬਹੁਤ ਕਰਦਾ ਸੀ, ਪਰ ਇਸ ਨੂੰ ਜੋ ਮਾਇਆ ਦਾ ਲੋਭ ਸੀ ਉਸਨੇ ਇਸ ਨੂੰ ਇਸ ਜੁੰਨੀ ਵਿੱਚ ਲਿਆ ਕੇ ਪਾ ਦਿੱਤਾ ਤੇ ਹੁਣ ਇਸ ਨੂੰ ਇਸ ਜੁੰਨੀ ਵਿੱਚ ਬਹੁਤ ਕਸ਼ਟ ਸਹਿਣ ਕਰਨਾ ਪੈ ਰਿਹਾ ਹੈ। ਤੇ ਹੁਣ ਜਾ ਕੇ ਇਸ ਨੂੰ ਸਮਝ ਪਈ ਹੈ ਕਿ ਕਾਸ਼ ਉਸ ਮਨੁੱਖਾ ਜਨਮ ਦਾ ਇਹ ਸਹੀ ਫਾਇਦਾ ਚੱਕ ਸਕਦਾ ਤੇ ਇਸ ਮੋਹ ਮਾਇਆ ਦੇ ਜਾਲ ਤੋਂ ਬਾਹਰ ਨਿਕਲ ਸਕਦਾ, ਪਰ ਇਸਨੇ ਤਾਂ ਆਪਣਾ ਪੂਰਾ ਜੀਵਨ ਮਾਇਆ ਦੇ ਲੋਭ ਵਿੱਚ ਹੀ ਬਿਤਾ ਦਿੱਤਾ। ਪਰ ਇਸਨੇ ਜੋ ਭਜਨ ਸਿਮਰਨ ਕੀਤਾ ਸੀ ਉਸ ਕਰਕੇ ਇਸ ਨੂੰ ਇਹ ਫਲ ਮਿਲਿਆ ਹੈ ਕਿ ਇਸ ਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਹੈ। ਇਹ ਜਾਣਦਾ ਹੈ ਕਿ ਉਸ ਜਨਮ ਵਿੱਚ ਇਸਨੇ ਕੀ ਕੰਮ ਕੀਤਾ ਸੀ ਜਿਸ ਕਰਕੇ ਇਸ ਨੂੰ ਇਹ ਸੱਪ ਦੀ ਜੋਨੀ ਮਿਲੀ ਹੈ। ਇਸ ਲਈ ਇਹ ਰੇਂਗਦਾ ਇੱਥੇ ਤੱਕ ਪਹੁੰਚ ਗਿਆ। ਤਾਂ ਸੇਵਾਦਾਰ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਇਸ ਨੂੰ ਤਾਂ ਇਸ ਜੁੰਨੀ ਵਿੱਚ ਪੈ ਕੇ ਬਹੁਤ ਦੁੱਖ ਸਹਿਣਾ ਪੈ ਰਿਹਾ ਹੋਵੇਗਾ। ਤਾਂ ਬਾਬਾ ਜੀ ਕਹਿਣ ਲੱਗੇ ਕਿ ਹਾਂ ਭਾਈ ਸਹਿਣ ਤਾਂ ਕਰਨਾ ਹੀ ਪਵੇਗਾ, ਇਸੇ ਲਈ ਤਾਂ ਮੈਂ ਹਰ ਸਤਸੰਗ ਵਿੱਚ ਇਹੀ ਸਮਝਾਉਂਦਾ ਹਾਂ ਕਿ ਆਪਣੇ ਕਰਮਾਂ ਵੱਲ ਧਿਆਨ ਦਿਓ। ਜਿਹੋ ਜਿਹੇ ਸਾਡੇ ਕਰਮ ਹੋਣਗੇ ਉਹੋ ਜਿਹਾ ਹੀ ਸਾਨੂੰ ਫਲ ਮਿਲੇਗਾ। ਇਸ ਦਾ ਭਜਨ ਸਿਮਰਨ ਬਹੁਤ ਜ਼ਿਆਦਾ ਸੀ, ਪਰ ਇਸ ਦੇ ਕਰਮ ਸਹੀ ਨਹੀਂ ਸੀ। ਜੇਕਰ ਇਹ ਮਾਇਆ ਦਾ ਮੋਹ ਨਾ ਕਰਦਾ ਤੇ ਆਪਣੇ ਭਜਨ ਸਿਮਰਨ ਵੱਲ ਧਿਆਨ ਦਿੰਦਾ ਤੇ ਲੋੜ ਮੁਤਾਬਿਕ ਮਾਇਆ ਇਕੱਠੀ ਕਰਦਾ ਤਾਂ ਅੱਜ ਇਸ ਦੀ ਇਹ ਹਾਲਤ ਨਹੀਂ ਹੋਣੀ ਸੀ। ਇਸਨੇ ਭਜਨ ਸਿਮਰਨ ਕਰਕੇ ਉਸ ਕੁੱਲ ਮਾਲਕ ਦੇ ਘਰ ਪਹੁੰਚ ਜਾਣਾ ਸੀ, ਪਰ ਇਸ ਦੇ ਕੀਤੇ ਕਰਮਾਂ ਨੇ ਇਸ ਨੂੰ ਉੱਥੇ ਤੱਕ ਨਹੀਂ ਜਾਣ ਦਿੱਤਾ ਤੇ ਦੁਬਾਰਾ 84 ਦੇ ਗੇੜ ਵਿੱਚ ਲਿਆ ਕੇ ਘੇਰ ਦਿੱਤਾ। ਐਵੇਂ ਹੀ ਸਾਡੇ ਨਾਲ ਹੋਣਾ ਹੈ। ਜਿਹੋ ਜਿਹੇ ਸਾਡੇ ਕਰਮ ਹੋਣਗੇ ਉਹਨਾਂ ਦਾ ਭੁਗਤਾਨ ਸਾਨੂੰ ਕਰਨਾ ਹੀ ਪਵੇਗਾ। ਸਾਡੇ ਕਰਮਾਂ ਦੇ ਮੁਤਾਬਿਕ ਹੀ ਸਾਨੂੰ ਫਲ ਤੇ ਸਜ਼ਾ ਮਿਲੇਗੀ। ਇਸ ਲਈ ਆਪਣੇ ਕਰਮਾਂ ਵੱਲ ਧਿਆਨ ਦਿਓ। ਕੋਈ ਵੀ ਅਜਿਹਾ ਕਰਮ ਨਾ ਕਰੋ ਜਿਸ ਨਾਲ ਸਾਨੂੰ ਸਜ਼ਾ ਮਿਲੇ। ਸਾਨੂੰ ਇਸ ਦੇ ਜਨਮ ਤੋਂ ਵੀ ਇਹ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਕਰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਭਜਨ ਸਿਮਰਨ ਚਾਹੇ ਜਿੰਨਾ ਵੀ ਹੋਵੇ, ਜੇਕਰ ਸਾਡੇ ਕਰਮ ਗਲਤ ਹਨ ਤਾਂ ਸਾਨੂੰ ਮੁਕਤੀ ਨਹੀਂ ਮਿਲ ਸਕਦੀ। ਤਾਂ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਫਿਰ ਹੁਣ ਇਸ ਦੀ ਮੁਕਤੀ ਕਦੋਂ ਹੋਵੇਗੀ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਜਿੰਨਾ ਚਿਰ ਇਸ ਦੇ ਕਰਮ ਖਤਮ ਨਹੀਂ ਹੋ ਜਾਂਦੇ ਉਨਾ ਚਿਰ ਇਸ ਦੀ ਮੁਕਤੀ ਨਹੀਂ ਹੋ ਸਕਦੀ। ਇਸ ਨੂੰ ਆਪਣੇ ਕਰਮਾਂ ਨੂੰ ਭੋਗਣਾ ਹੀ ਪਵੇਗਾ। ਹੋ ਸਕਦਾ ਹੈ ਕਿ ਇਸ ਤੋਂ ਬਾਅਦ ਵੀ ਇਸ ਨੂੰ ਹੋਰ ਕਈ ਜੋਨੀਆਂ ਭੋਗਣੀਆਂ ਪੈਣ ਤੇ ਫਿਰ ਜਾ ਕੇ ਮਨੁੱਖਾ ਜਨਮ ਮਿਲੇ। ਤੇ ਜੇਕਰ ਉਸ ਜਨਮ ਵਿੱਚ ਵੀ ਇਸਨੇ ਫਿਰ ਤੋਂ ਆਪਣੇ ਕਰਮ ਨਾ ਸੁਧਾਰੇ ਤਾਂ ਇਸ ਨੂੰ ਫਿਰ 84 ਦੇ ਗੇੜ ਵਿੱਚ ਆਣਾ ਪਵੇਗਾ। ਤੇ ਜੇਕਰ ਉਸ ਜਨਮ ਵਿੱਚ ਇਸਨੇ ਭਜਨ ਬੰਦਗੀ ਕਰਕੇ ਕਰਮਾਂ ਵੱਲ ਧਿਆਨ ਦੇ ਕੇ ਆਪਣਾ ਜਨਮ ਸਫਲ ਕਰ ਲਿਆ ਤਾਂ ਇਹ ਮੁਕਤੀ ਹਾਸਿਲ ਕਰ ਲਵੇਗਾ
ਤੇ ਇਸ ਆਵਾਗਮਨ ਤੋਂ ਮੁਕਤ ਹੋ ਜਾਵੇਗਾ ਤੇ ਉਸ ਕੁਲ ਮਾਲਕ ਦੇ ਘਰ ਪਹੁੰਚ ਜਾਵੇਗਾ। ਤਾਂ ਸਾਰੇ ਸੇਵਾਦਾਰ ਬਾਬਾ ਜੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਹ ਵੀ ਸੋਚਣ ਲੱਗ ਪਏ ਕਿ ਸਾਡਾ ਵੀ ਇਹੋ ਹਾਲ ਨਾ ਹੋ ਜਾਵੇ, ਇਸ ਲਈ ਅਸੀਂ ਅੱਜ ਤੋਂ ਹੀ ਆਪਣੇ ਭਜਨ ਸਿਮਰਨ ਨੂੰ ਵਕਤ ਦੇਵਾਂਗੇ ਤੇ ਆਪਣੇ ਕਰਮਾਂ ਵੱਲ ਧਿਆਨ ਦੇਵਾਂਗੇ ਤੇ ਜਾਣ ਬੁੱਝ ਕੇ ਅਜਿਹਾ ਕੋਈ ਕਰਮ ਨਹੀਂ ਕਰਾਂਗੇ ਜਿਸ ਨਾਲ ਸਾਨੂੰ ਮਰਨ ਤੋਂ ਬਾਅਦ ਸਜ਼ਾ ਮਿਲੇ। ਤਾਂ ਫਿਰ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਸ ਨੂੰ ਹੁਣ ਜੰਗਲ ਵਿੱਚ ਛੱਡ ਆਓ। ਇਹ ਜਿਸ ਸਵਾਲ ਦਾ ਜਵਾਬ ਜਾਣਨ ਲਈ ਇੱਥੇ ਆਇਆ ਸੀ ਉਹ ਇਸ ਨੂੰ ਮਿਲ ਗਿਆ ਹੈ। ਤਾਂ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਇਸ ਦਾ ਕੀ ਪਤਾ ਇਹ ਸਾਨੂੰ ਹੀ ਡੰਗ ਮਾਰ ਲਵੇ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਹ ਕਿਸੇ ਨੂੰ ਕੁਝ ਨਹੀਂ ਕਹੇਗਾ ਤੇ ਆਪਣੇ ਆਪ ਹੀ ਜੰਗਲ ਵੱਲ ਚਲਾ ਜਾਵੇਗਾ, ਕਿਉਂਕਿ ਇਹ ਜੰਗਲ ਵਿੱਚ ਜਾਣਾ ਚਾਹੁੰਦਾ ਹੈ। ਇਹ ਤਾਂ ਸਿਰਫ ਆਪਣੇ ਸਵਾਲਾਂ ਦਾ ਜਵਾਬ ਲੈਣ ਲਈ ਇੱਥੇ ਆਇਆ ਸੀ। ਤਾਂ ਸੱਪ ਨੇ ਵੀ ਐਵੇਂ ਹੀ ਕੀਤਾ। ਉਹ ਚੁੱਪਚਾਪ ਆਪਣੇ ਆਪ ਹੀ ਉੱਥੋਂ ਚਲਾ ਗਿਆ। ਤਾਂ ਸਾਧ ਸੰਗਤ ਜੀ, ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਬਾਬਾ ਜੀ ਦੇ ਹੁਕਮ ਤੇ ਪਹਿਰਾ ਦਈਏ। ਬਾਬਾ ਜੀ ਹਮੇਸ਼ਾ ਹੀ ਕਹਿੰਦੇ ਹਨ ਕਿ ਭਾਈ ਸਾਨੂੰ ਜੋ ਮਿਲੇਗਾ ਸਾਡੇ ਕਰਮਾਂ ਦਾ ਮਿਲੇਗਾ ਤੇ ਸਾਨੂੰ ਜੋ ਮਿਲ ਰਿਹਾ ਹੈ ਉਹ ਵੀ ਸਾਡੇ ਕਰਮਾਂ ਦਾ ਮਿਲ ਰਿਹਾ ਹੈ। ਜੇਕਰ ਇਸ ਜਨਮ ਵਿੱਚ ਅਸੀਂ ਦੁੱਖ ਭੋਗ ਰਹੇ ਹਾਂ, ਅਸੀਂ ਬਿਮਾਰੀਆਂ ਨਾਲ ਜੂਝ ਰਹੇ ਹਾਂ, ਤਾਂ ਇਹ ਸਾਡੇ ਕੀਤੇ ਹੋਏ ਪਿਛਲੇ ਕਰਮਾਂ ਦਾ ਫਲ ਹੈ। ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਅਸੀਂ ਇਸ ਜਨਮ ਵਿੱਚ ਆਪਣੇ ਕਰਮ ਸਵਾਰ ਲਈਏ, ਨਹੀਂ ਤਾਂ ਇਹ ਦੁੱਖ ਕਦੇ ਖਤਮ ਨਹੀਂ ਹੋਣਗੇ ਤੇ ਸਾਡੇ ਨਾਲ ਅਗਾਂਹ ਤੱਕ ਚੱਲਦੇ ਰਹਿਣਗੇ ਤੇ ਅਸੀਂ ਐਵੇਂ ਹੀ ਦੁੱਖਾਂ ਦਾ ਸਾਹਮਣਾ ਕਰਦੇ ਰਵਾਂਗੇ। ਤੇ ਜੇਕਰ ਅਸੀਂ ਇਹਨਾਂ ਸਭ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਕਰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਣੇ ਕਰਮ ਸਹੀ ਰੱਖਣੇ ਚਾਹੀਦੇ ਹਨ ਤੇ ਭਜਨ ਸਿਮਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਤਾਂ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਐਵੇਂ ਦੀ ਕੋਈ ਹੋਰ ਨਵੀਂ ਵੀਡੀਓ 'ਚ। ਰਾਧਾ ਸੁਆਮੀ ਜੀ।